10 ਪੋਹ ਦੀ ਚੌਥੀ ਰਾਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਕਿਵੇਂ ਗੁਜ਼ਾਰੀ। ਲੇਖਕ ਸੁਰਿੰਦਰ ਸਿੰਘ ਖਾਲਸਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਹੋਈ ਤਾਂ ਮਾਤਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਗੰਗਾ ਰਾਮ, ਧਨ ਵਾਲੀ ਖੁਰਜੀ ਨਹੀਂ ਦਿਸਦੀ, ਜੇ ਕਿਤੇ ਸੰਭਾਲ ਕੇ ਰੱਖ ਲਈ ਹੈ ਤਾਂ ਚੰਗਾ ਹੋਇਆ। ਇਸ ਨੇ ਕਿਹਾ, ਮੈਨੂੰ ਨਹੀਂ ਪਤਾ ਖੁਰਜੀ ਕਿੱਥੇ ਹੈ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇੱਥੇ ਚੋਰ ਉਚੱਕੇ ਬਹੁਤ ਨੇ, ਮਾਇਆ ਨੂੰ ਸੰਭਾਲ ਕੇ ਧਿਆਨ ਨਾਲ ਰੱਖਿਓ। ਦੋਹਰਾ। ਤਬ ਗ੍ਰੇ ਮੈਂ ਐਸੇ ਕਹੇ, ਇਹਾਂ ਖੁਰਜੀ ਨਾਹੀਂ, ਜੋ ਜਾਣੇ ਕਿਨ ਗਹਿ ਲਈ, ਹਮਕੋ ਸੋਜੀ ਨਾਹੀਂ। तब माता जी जे कहो, भली होई देह जान, जो हम बचे तो क्या कमी, माया हम ते आन। तब मसंद ऐसे कहे, हमको तोहमत देहो, हम करते तू जाहे अब, हम सो कैसा नेह। कृत भाई दुन्ना सिंह हंडूरिया। माता जी ने कहा, माया दी केड़ी कमी है, होर आ जावेगी, असीं बच गए। भाव खतरे तो बचे रहे ਤਾਂ ਤੂੰ ਜਿੰਨੀ ਮਾਇਆ ਮਰਜ਼ੀ ਹੋਰ ਲੈ ਲਵੀਂ, ਜੇ ਤੂੰ ਸੰਭਾਲ ਕੇ ਰੱਖ ਲਈ ਹੈ ਤਾਂ ਬਹੁਤ ਚੰਗਾ ਕੀਤਾ, ਅਸੀਂ ਵੀ ਸੰਭਾਲਣੀ ਹੀ ਸੀ। ਮਾਤਾ ਜੀ ਨੇ ਇਸ ਪਾਪੀ ਨੂੰ ਖੁਰਜੀ ਚੁੱਕਦੇ ਦੇਖ ਲਿਆ ਸੀ। ਮਾਤਾ ਜੀ ਦੀ ਬਿਰਤੀ ਮੋਹ ਮਾਇਆ ਤੋਂ ਬਹੁਤ ਉੱਚੀ ਸੀ। ਉਹਨਾਂ ਇਸ ਨੂੰ ਛੋਟੀ ਜੀ ਗੱਲ ਜਾਣ ਰਾਤ ਨੂੰ ਨਾ ਪੁੱਛਿਆ। ਮਿੱਠੇ ਪਿਆਰ ਦੇ ਬੋਲਾਂ ਨਾਲ ਖੁਰਜੀ ਬਾਰੇ ਪੁੱਛਿਆ ਵੀ ਤਾਂ ਅੱਗੋਂ ਗੰਗੂ ਨੂੰ ਕੌੜਾ ਜ਼ਹਿਰ ਲੱਗਾ। ਇਹ ਦੁਸ਼ਟ ਤਾਂ ਆਪਣਾ ਕੰਮ ਕਰਕੇ ਰਾਤ ਤੋਂ ਸੋਚਦਾ ਸੀ ਕਿ ਇਹਨਾਂ ਨੂੰ ਘਰੋਂ ਕਿਵੇਂ ਕੱਢਿਆ ਜਾਵੇ। ਇਸ ਦੇ ਪਾਪੀ ਮਨ 'ਤੇ ਸੱਚ ਦੀ ਕਣੀ ਨਾ ਟਿਕ ਸਕੀ। ਮਾਤਾ ਜੀ ਦੇ ਮਿੱਠੇ ਬੋਲ ਵੀ ਇਹਨੂੰ ਜ਼ਹਿਰ ਵਾਂਗ ਲੱਗੇ। ਚੋਰ ਚੋਰ ਕਹਿ ਕੇ ਇਸ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ। ਲੋਕੋ, ਚੋਰ ਆ ਗਏ, ਚੋਰੀ ਹੋ ਗਈ, ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ। ਮਾਤਾ ਜੀ ਨੇ ਇਸ ਨੂੰ ਬਹੁਤ ਰੋਕਿਆ ਕਿ ਇਸ ਤਰ੍ਹਾਂ ਰੌਲਾ ਨਾ ਪਾ, ਲੋਕ ਇਕੱਠੇ ਹੋ ਜਾਣਗੇ, ਨਿੱਕੀਆਂ ਜਾਨਾਂ ਨੂੰ ਫੜਾ ਦੇਣਗੇ। ਪਰ ਇਹ ਦੁਸ਼ਟ ਚੁੱਪ ਨਾ ਹੋਇਆ, ਸਗੋਂ ਮਾਤਾ ਜੀ ਨਾਲ ਖਹਿਬਣ ਲੱਗ ਪਿਆ। ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਲਿਆ ਕੇ ਆਸਰਾ ਦਿੱਤਾ, ਤੁਹਾਨੂੰ ਮਰਦਿਆਂ ਜਾਂਦਿਆਂ ਨੂੰ ਬਚਾਇਆ, ਤੁਸੀਂ ਮੇਰੀ ਨੇਕੀ ਦਾ ਚੰਗਾ ਮੁੱਲ ਪਾਇਆ, ਆਹ ਖੁਰਜੀ ਚਰਾਉਣ ਦੀ ਹੋਰ ਤੋਹਮਤ ਲਾ ਦਿੱਤੀ। ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ। ਇਸ ਦਾ ਪਰਿਵਾਰ ਵੀ ਬਰਾਬਰ ਦਾ ਦੋਸ਼ੀ ਸੀ, ਜਿਸ ਨੇ ਗੰਗੂ ਨੂੰ ਚੁੱਪ ਕਰਾਉਣ ਦਾ ਯਤਨ ਨਾ ਕੀਤਾ, ਖਾਮੋਸ਼ ਤਮਾਸ਼ਾ ਦੇਖਦਾ ਰਿਹਾ। ਮਾਇਆ ਘਰ ਆਈ, ਕਿਸ ਨੂੰ ਬੁਰੀ ਲੱਗਦੀ ਹੈ। ਇਹੋ ਗੱਲ ਸਾਰੇ ਪਰਿਵਾਰ ਦੀ ਸੀ। ਗੰਗੂ ਦੀ ਮਾਂ ਸੋਭੀ ਵੀ ਕੁਝ ਨਾ ਕਰ ਸਕੀ। ਇਸ ਮਾਂ ਨੇ ਗੰਗੂ ਨੂੰ ਇਹਨਾਂ ਮਾਸੂਮ ਜਿੰਦਾਂ ਤੇ ਦਾਦੀ ਮਾਂ ਦੇ ਖਾਣੇ ਵਿੱਚ ਜ਼ਹਿਰ ਪਾਉਣ ਤੋਂ ਰੋਕ ਕੇ ਦਰਗਾਹ 'ਚ ਨੇਕ ਨਾਮੀ ਖੱਟ ਲਈ ਸੀ। ਪਰ ਹੁਣ ਮਾਂ ਸੋਭੀ ਵੀ ਲਾਲਚ ਦੇ ਬੇਵੱਸ ਹੋਈ। ਗੰਗੂ ਦੀ ਇਸ ਕਮੀਨਗੀ ਤੋਂ ਉਸ ਨੂੰ ਰੋਕਣ 'ਚ ਸਫਲ ਨਾ ਹੋ ਸਕੀ। ਰੌਲਾ ਸੁਣ ਕੇ ਲੋਕ ਗੰਗੂ ਦੇ ਘਰ ਆਉਣ ਲੱਗੇ। ਕੋਠੜੀ ਵਿੱਚ ਛਾਤੀ ਨਾਲ ਲਾ ਕੇ ਬੈਠੀ ਦੋ ਨੰਨੀਆਂ ਜਾਨਾਂ ਨੂੰ ਦਾਦੀ ਘੁੱਟ ਕੇ ਹੋਰ ਕੋਲ ਨੂੰ ਕਰੀ ਜਾਂਦੀ। ਲੋਕ ਇਹਨਾਂ ਦੇ ਚਮਕਦੇ ਚਿਹਰੇ ਦੇਖ ਦੰਗ ਰਹਿ ਗਏ। ਕੰਨੋਂ ਸੰਨੀ ਹੋ ਇੱਕ ਦੂਜੇ ਨੂੰ ਪੁੱਛਦੇ, ਇਹ ਕੌਣ ਹਨ? ਅਜੇ ਤਾਈਂ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ। ਉਧਰ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਜਾ ਦੱਸਿਆ। ਉਸੇ ਚੌਧਰੀ ਨੇ ਗੰਗੂ ਦੇ ਘਰ 'ਤੇ ਆਪਣੇ ਬੰਦਿਆਂ ਦੀ ਨਿਗਰਾਨੀ ਲਗਵਾ ਦਿੱਤੀ ਤਾਂ ਕਿ ਕਿਤੇ ਨੱਠ ਨਾ ਜਾਣ। ਆਪ ਦੋਵੇਂ ਮੁਰਿੰਡੇ ਕੋਤਵਾਲੀ ਦੱਸਣ ਚਲੇ ਗਏ। ਕੋਤਵਾਲੀ ਦੇ ਮੁਖੀ ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਭਰਾਵਾਂ ਨੂੰ ਗੰਗੂ ਨੇ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਮਾਤਾ ਤੇ ਛੋਟੇ ਪੁੱਤਰ ਬੰਦ ਕੀਤੇ ਹੋਏ ਨੇ, ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਤੇ ਸਾਨੂੰ ਵੀ ਇਨਾਮ ਦਿਵਾਵੋ। ਇਸ ਦੇ ਪਾਪੀ ਮਨ ਨੇ ਮਾਇਆ ਧਾਰਨ ਕਰ ਲਈ ਸੀ। ਇਹ ਅੰਨਾ ਤੇ ਬੋਲਾ ਹੋ ਚੁੱਕਾ ਸੀ। ਧਰਮ ਕਰਮ ਨੂੰ ਉੱਕਾ ਹੀ ਭੁਲਾ ਬੈਠਾ ਸੀ। ਚੌਪਈ। ਤਬੇ ਦੁਸ਼ਟ ਮਨ ਐਸੇ ਆਈ, ਜਾਏ ਮੁਰਿੰਡੇ ਕਯੋ ਸੁਨਾਈ, दोए पठान चढ़ आए तब ही, माता जी को पूछो जब ही। कृत भाई दुन्ना सिंह हंडूरिया। जानी खां ते मानी खां घोड़ियां ते चढ़ के आए ते अपने सिपाहियां दी गार्द नाल गंगू दे घर नूं घेरा पा लिया।
ਮਾਤਾ ਜੀ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਅਡੋਲ ਬੈਠੇ ਰਹੇ। ਜਾਨੀ ਖਾਂ ਮਾਨੀ ਖਾਂ ਕੋਠੜੀ ਵਿੱਚ ਦਾਖਲ ਹੋਏ ਤੇ ਰੋਬ ਨਾਲ ਪੁੱਛਿਆ, ਦੱਸੋ ਤੁਸੀਂ ਕੌਣ ਹੋ? ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਬਿਨਾਂ ਕਿਸੇ ਭੈ ਦੇ ਬੇਝਿਜਕ ਦੱਸ ਦਿੱਤਾ। ਇਹਨਾਂ ਹਾਕਮਾਂ ਆਪਣੀ ਤਸੱਲੀ ਕਰ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹਨ, ਗ੍ਰਿਫਤਾਰ ਕਰ ਲਏ। ਧਰਮੀ ਲੋਕ ਗੰਗੂ ਨੂੰ ਲਾਹਨਤਾਂ ਪਾਉਣ ਲੱਗੇ। ਮਾਤਾ ਜੀ ਬਿਨਾਂ ਕੁਝ ਬੋਲੇ ਮਾਸੂਮਾਂ ਨੂੰ ਲੈ ਕੇ ਹਾਕਮ ਦੇ ਸਖਤ ਪਹਿਰੇ ਹੇਠ ਚੱਲ ਪਏ। ਪਿੰਡ ਦੇ ਲੋਕਾਂ ਦੀ ਭੀੜ ਮੂਹਰੇ ਹੋ ਕੇ ਦੇਖਦੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਪੁੱਤਰ ਹਨ। ਹਮਦਰਦੀ ਦੀ ਆਸ ਕਿਸੇ ਕੋਲੋਂ ਨਹੀਂ ਰੱਖੀ ਜਾ ਸਕਦੀ ਸੀ। ਸਭ ਹਾਕਮਾਂ ਦੇ ਡਰ ਨਾਲ ਕੰਬਦੇ ਸੀ। ਗੰਗੂ ਦਾ ਮਨ ਵੀ ਟਿਕਾ ਵਿੱਚ ਨਹੀਂ ਸੀ। ਉਸ ਦੇ ਅੰਦਰ ਪੂਰੀ ਤਰ੍ਹਾਂ ਹਲਚਲ ਮੱਚੀ ਹੋਈ ਸੀ। ਉਸ ਨੇ ਬਹੁਤ ਵੱਡਾ ਪਾਪ ਕਮਾ ਲਿਆ। ਉਹ ਨੀਵੀਂ ਪਾ ਖਲੋਤਾ, ਅੰਦਰੋਂ ਹੀ ਅੰਦਰ ਆਪਣੇ ਆਪ ਵਿੱਚ ਡਿੱਗਦਾ ਜਾਂਦਾ ਸੀ। ਗੰਗੂ ਦੇ ਘਰ ਤੋਂ ਰਸਤੇ ਤੱਕ ਪੈਦਲ ਹੀ ਲਿਆਂਦਾ ਗਿਆ ਤੇ ਇੱਥੋਂ ਇੱਕ ਬਲਦਾਂ ਨਾਲ ਚੱਲਣ ਵਾਲੇ ਗੱਡੇ, ਸਤਕਾਰ ਵਜੋਂ ਰੱਥ ਸਾਹਿਬ ਕਿਹਾ ਜਾਂਦਾ ਹੈ, ਤੇ ਬਿਠਾ ਕੇ ਜ਼ੁਲਮੀ ਹਾਕਮ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਖਤ ਨਿਗਰਾਨੀ ਹੇਠ ਮੋਰਿੰਡੇ ਦੇ ਰਸਤੇ ਹੋ ਤੁਰੇ। ਇਹ ਗੱਡਾ ਜਾਨੀ ਖਾਂ ਤੇ ਮਾਨੀ ਖਾਂ ਨੇ ਆਪਣੇ ਸਿਪਾਹੀ ਭੇਜ ਕੇ ਪਿੰਡ ਨੱਥਮਲਪੁਰ ਦੇ ਜ਼ਿਮੀਂਦਾਰਾਂ ਕੋਲੋਂ ਲਿਆਂਦਾ ਸੀ। ਰਸਤੇ 'ਚ ਦੇਖ ਲੋਕ ਹੈਰਾਨ ਰਹਿ ਜਾਂਦੇ ਤੇ ਸੋਚਦੇ ਕਿ ਇਸ ਬਿਰਧ ਮਾਤਾ ਤੇ ਛੋਟੇ ਬਾਲਾਂ ਨੇ ਕੀ ਜੁਰਮ ਕੀਤਾ ਹੋਵੇਗਾ। ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਹੀ ਜ਼ੁਲਮੀ ਸਰਕਾਰ ਲਈ ਸਭ ਤੋਂ ਵੱਡਾ ਗੁਨਾਹ ਹੈ। ਇਸੇ ਤਰ੍ਹਾਂ ਚੱਲ ਕੇ ਮੋਰਿੰਡੇ ਤੋਂ ਬਾਹਰ ਇੱਕ ਖੂਹ ਤੇ ਗੱਡਾ ਜਾ ਰੁਕਿਆ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ। ਉਹਨਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ 'ਚ ਸਵੇਰ ਨੂੰ ਕੁਝ ਵੀ ਨਹੀਂ ਸੀ ਛਕਾਇਆ। ਰਾਤ ਵੀ ਉਹਨਾਂ ਨੇ ਥੋੜ੍ਹੇ ਜਿਹੇ ਪਤਾਸੇ ਹੀ ਛਕੇ ਸਨ। ਹਾਕਮ ਸਿਪਾਹੀ ਇੱਥੋਂ ਦਾਦੀ ਤੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜ੍ਹੀ ਦੂਰ ਅੱਗੇ ਜਾ ਕੇ ਕੋਤਵਾਲੀ 'ਚ ਬੰਦ ਕਰ ਦਿੱਤੇ। ਜਾਨੀ ਮਾਨੀ ਰੰਗੜ ਦੋਏ ਭਾਈ ਉਨ ਆਨ ਮੁਰਿੰਡੇ ਘਰ ਰੱਖੇ ਬਹਾਈ, ਇੱਕ ਸਾਂਭੇ ਇੱਕ ਗਇਓ ਸਰਹੰਦ, ਫੜਾਏ ਬਜ਼ੀਦੇ ਕਰ ਦਏ ਬੰਦ। ਸ੍ਰੀ ਗੁਰਪੰਥ ਪ੍ਰਕਾਸ਼ ਰਤਨ ਸਿੰਘ ਭੰਗੂ, ਪੰਨਾ 103, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਮਾਨੀ ਖਾਂ ਹਵਾਲਾਤ ਵਿੱਚ ਬੰਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਤੇ ਸਖਤ ਪਹਿਰਾ ਲਾ ਨਿਗਰਾਨੀ ਰੱਖਦਿਆਂ ਜਾਨੀ ਖਾਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਦੱਸਣ ਚਲਾ ਗਿਆ। ਮਾਤਾ ਜੀ ਪੋਤਿਆਂ ਨੂੰ ਹੌਸਲਾ ਦਿੰਦੇ ਕਿ ਦੁੱਖਾਂ ਭਰੇ ਸਮੇਂ ਵਿੱਚ ਉਦਾਸ ਨਹੀਂ ਹੋਣਾ, ਪਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ। ਗੁਰਬਾਣੀ ਦਾ ਜਾਪ ਕਰ ਦੋਨਾਂ ਨੂੰ ਸੁਣਾਉਂਦੇ। ਬਾਣੀ ਦੇ ਆਸਰੇ ਦੁੱਖਾਂ ਦੀਆਂ ਘੜੀਆਂ ਨੂੰ ਕੱਟਦੇ। ਕੋਤਵਾਲੀ ਦੇ ਕਾਨੂੰਨ ਮੁਤਾਬਕ ਭੋਜਨ ਦਿੱਤਾ ਗਿਆ। ਮਾਤਾ ਜੀ ਨੇ ਦੋਵਾਂ ਜਿੰਦਾਂ ਨੂੰ ਛਕਾ ਦਿੱਤਾ। ਆਪ ਨਾ ਮਾਤਰ ਹੀ ਛਕਿਆ। ਕੰਧ ਨਾਲ ਢੋਲਾ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿਦਕ ਦੀਆਂ ਬਾਤਾਂ ਸੁਣਾਉਂਦੇ ਰਹੇ। ਕਿਹੋ ਜਿਹਾ ਭਾਣਾ ਵਰਤਿਆ। ਕਸ਼ਟਾਂ ਦਾ ਪਹਿਰਾ ਦਿਨੋਂ ਦਿਨ ਵੱਧਦਾ ਹੀ ਗਿਆ। ਪਰਿਵਾਰ ਨਾਲੋਂ ਵਿਛੜ ਸਖਤੀ ਭਰੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ 10 ਪੋਹ 1761 ਬਿਕਰਮੀ 24 ਦਸੰਬਰ 1704 ਈਸਵੀ ਨੂੰ ਮੋਰਿੰਡੇ ਦੀ ਹਵਾਲਾਤ ਵਿੱਚ ਸਖਤ ਪਹਿਰੇ ਹੇਠ ਬਤੀਤ ਕੀਤੀ। ਸੂਚਨਾ: ਗੰਗੂ ਪਾਪੀ ਇੰਨਾ ਵੱਡਾ ਕਹਿਰ ਕਮਾ ਕੇ ਜਾਨੀ ਖਾਂ ਤੇ ਮਾਨੀ ਖਾਂ ਕੋਲੋਂ ਇਨਾਮ ਲੈਣ ਲਈ ਮੋਰਿੰਡਾ ਕੋਤਵਾਲੀ ਆਇਆ ਤਾਂ ਇਹਨਾਂ ਨੇ ਉਸ ਨੂੰ 100 ਰੁਪਏ ਇਨਾਮ ਦਿੱਤਾ। ਅੱਗੋਂ ਗੰਗੂ ਨੇ ਜਾਨੀ ਖਾਂ ਨੂੰ ਕਿਹਾ, ਇਹ ਇਨਾਮ ਘੱਟ ਹੈ, ਮੈਨੂੰ ਹੋਰ ਜ਼ਿਆਦਾ ਦੇਵੋ, ਤਾਂ ਉਸ ਨੇ 200 ਰੁਪਏ ਦਿੱਤੇ। ਪਾਪੀ ਕਮੀਨਾ 200 ਰੁਪਏ ਲੈ ਕੇ ਕੋਤਵਾਲਾਂ ਨੂੰ ਸਲਾਮਾਂ ਕਰਦਾ ਹੋਇਆ ਵਾਪਸ ਆਪਣੇ ਘਰ ਸਹੇੜੀ ਨੂੰ ਚਲਾ ਗਿਆ। ਗਿਆਨੀ ਠਾਕੁਰ ਸਿੰਘ ਦੀ ਲਿਖਤ ਸ਼ਹੀਦ ਬਿਲਾਸ 1897 ਈਸਵੀ ਅਤੇ ਸ੍ਰੀ ਗੁਰਦੁਆਰੇ ਦਰਸ਼ਨ 1924 ਈਸਵੀ ਵਿੱਚ ਗੰਗੂ ਦਾ 200 ਰੁਪਏ ਇਨਾਮ ਲੈਣ ਦਾ ਜ਼ਿਕਰ ਮਿਲਦਾ ਹੈ। ਜਿੱਥੇ ਆਣ ਕੇ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਗੱਡੇ ਵਿੱਚ ਬਿਠਾਇਆ, ਉੱਥੇ ਗੁਰਦੁਆਰਾ ਰੱਥ ਸਾਹਿਬ ਸੁਭਾਏਮਾਨ ਹੈ। ਇਸ ਥਾਂ 'ਤੇ ਇੱਕ ਬਹੁਤ ਭਾਰੀ ਪਿੱਪਲ ਦੇ ਨੇੜੇ ਇੱਕ ਖੂਹੀ ਹੁੰਦੀ ਸੀ। ਇੱਥੇ ਸਭ ਤੋਂ ਪਹਿਲਾਂ ਸਹੇੜੀ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਭਜਨ ਸਿੰਘ ਬਰਾਦਰੀ ਨਾਈ ਨੇ ਨਿਸ਼ਾਨ ਸਾਹਿਬ ਲਗਾਉਣ ਦਾ ਉਦਮ ਕੀਤਾ, ਪਰ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਸਫਲ ਨਾ ਹੋਣ ਦਿੱਤਾ। 1970 ਈਸਵੀ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ
ਨਾਥਮਲਪੁਰ ਵਾਲਿਆਂ ਨੇ ਇੱਥੇ ਆਪਣੇ ਭੂਆ ਦੇ ਪੁੱਤਰ ਬਾਬਾ ਅਮਰ ਸਿੰਘ ਨੂੰ ਭੇਜ ਕੇ ਗੁਰਦੁਆਰਾ ਸਾਹਿਬ ਬਣਾਇਆ। ਇਹਨਾਂ ਦਾ ਚਲਾਣਾ 24 ਨਵੰਬਰ 1979 ਈਸਵੀ ਨੂੰ ਰੱਥ ਸਾਹਿਬ ਹੀ ਹੋਇਆ ਤੇ ਸੰਸਕਾਰ ਪਿੰਡ ਸਹੇੜੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਮੋਰਿੰਡੇ ਆਣ ਕੇ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ, ਉੱਥੇ ਗੁਰਦੁਆਰਾ ਸ਼ਹੀਦਗੰਜ ਨੂੰ ਸਭ ਤੋਂ ਪਹਿਲਾਂ ਰੋਪੜ ਦੇ ਰਾਜਾ ਭੂਪ ਸਿੰਘ ਨੇ ਬਣਵਾਇਆ ਸੀ। ਉਸ ਨੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਇੱਕ ਬਾਗ ਅਤੇ 16 ਬਿਘੇ ਜ਼ਮੀਨ ਵੀ ਲਗਵਾਈ। ਰਾਜਾ ਭੂਪ ਸਿੰਘ ਤੋਂ ਬਾਅਦ ਇਸ ਅਸਥਾਨ ਦੀ ਸੰਭਾਲ ਮਾੜੇ ਹਾਲਤਾਂ ਵਿੱਚ ਚਲੀ ਗਈ। 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਇੱਕ ਸਾਧੂ ਮਹਾਤਮਾ ਇੱਥੇ ਰਹਿੰਦਾ ਰਿਹਾ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਉਸੇ ਸਮੇਂ ਹੀ ਮੋਰਿੰਡੇ ਦੇ ਰਹਿਣ ਵਾਲੀ ਬ੍ਰਾਹਮਣ ਕੁਲ ਦੀ ਇੱਕ ਮਾਈ ਇੱਥੇ ਕਈ ਸਾਲ ਤੱਕ ਝਾੜੂ ਦੀਪਕ ਦੀ ਸੇਵਾ ਕਰਦੀ ਰਹੀ। 1931 ਈਸਵੀ ਨੂੰ ਇਲਾਕੇ ਦੀਆਂ ਸੰਗਤਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪਾ ਕੇ ਬਹੁਤ ਹੀ ਸੁੰਦਰ ਨਿਰਮਾਣ ਕੀਤਾ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਲਾ ਗਿਆ। 1980 ਈਸਵੀ ਵਿੱਚ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ। ਜਿਸ ਖੂਹ ਤੋਂ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ, ਉਸ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਹੋਇਆ ਹੈ। ਜਾਨੀ ਖਾਂ ਮਾਨੀ ਖਾਂ ਦੋਵੇਂ ਭਰਾ ਰਾਜਪੂਤਾਂ ਵਿੱਚੋਂ ਰੰਘੜ ਮੁਸਲਮਾਨ ਸੀ। ਰੰਘੜ ਇਸਲਾਮ ਮਤ ਧਾਰਨ ਵਾਲਾ ਰਾਜਪੂਤ ਮਹਾਨ ਕੁਸ਼। ਮੁਗਲ ਕਾਲ ਦੇ ਸਮੇਂ ਕੋਤਵਾਲ ਜਾਂ ਕਿਲ੍ਹੇਦਾਰ ਇੱਕ ਉੱਚ ਅਫਸਰੀ ਅਹੁਦਾ ਹੋਇਆ ਕਰਦਾ ਸੀ। ਜ਼ਿਆਦਾ ਤੌਰ 'ਤੇ ਇਸ ਨੂੰ ਕੋਤਵਾਲ ਕੋਟਪਾਲ ਹੀ ਕਿਹਾ ਜਾਂਦਾ ਸੀ। ਇਹਨਾਂ ਵਿੱਚੋਂ ਜਾਨੀ ਖਾਂ ਮੋਰਿੰਡੇ ਦਾ ਕੋਤਵਾਲ ਸੀ ਤੇ ਮਾਨੀ ਖਾਂ ਇਸੇ ਹੀ ਕੋਤਵਾਲੀ ਦਾ ਉੱਚ ਅਧਿਕਾਰੀ ਸੀ। ਜਿਸ ਕੋਤਵਾਲੀ ਹਵਾਲਾਤ ਵਿੱਚ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ, ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਹੈ। ਇਸ ਅਸਥਾਨ ਨੂੰ ਸਿੱਖ ਪੰਥ ਨੇ ਬਹੁਤ ਦੇਰ ਬਾਅਦ ਸਾਂਭਿਆ। ਇੱਥੇ ਉਸੇ ਹੀ ਸਮੇਂ ਦੀ ਪੁਰਾਣੀ ਕੋਤਵਾਲੀ ਵਿੱਚ 1933 ਈਸਵੀ ਤੱਕ ਪੁਲਿਸ ਚੌਂਕੀ ਰਹੀ। ਫਿਰ ਇਸ ਜਗ੍ਹਾ ਸਰਕਾਰੀ ਸਕੂਲ ਖੁੱਲ੍ਹ ਗਿਆ। ਇਲਾਕੇ ਦੇ ਉਦਮੀ ਸਿੰਘਾਂ ਨੇ ਗੁਰਚਰਨ ਸਿੰਘ ਟੌੜਾ ਨੂੰ 1998 ਈਸਵੀ ਵਿੱਚ ਇਸ ਅਸਥਾਨ 'ਤੇ ਲਿਆਂਦਾ। ਉਸ ਦੇ ਜ਼ੋਰ ਪਾਉਣ 'ਤੇ ਅਕਾਲੀ ਸਰਕਾਰ ਨੇ ਇਹ ਥਾਂ ਸਿੱਖ ਪੰਥ ਨੂੰ 1999 ਈਸਵੀ ਨੂੰ ਸੌਂਪ ਦਿੱਤਾ। ਉਦੋਂ ਤੋਂ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੀ ਸੰਪਰਦਾ ਕਰਵਾ ਰਹੀ ਹੈ। ਹਵਾਲਾਤ ਆਪਣੀ ਪੁਰਾਤਨ ਹਾਲਤ ਵਿੱਚ ਮੌਜੂਦ ਹੈ। ਇਸ ਨੂੰ ਪੁਰਾਤਨ ਹਾਲਤ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ। ਇਹ ਫੈਸਲਾ 1999 ਈਸਵੀ ਦੀ ਸ਼ਤਾਬਦੀ 'ਤੇ ਲਿਆ ਗਿਆ ਸੀ। ਜੇਕਰ ਇਸ ਤਰ੍ਹਾਂ ਦੇ ਸਹੀ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਏ ਹੁੰਦੇ ਤਾਂ ਹੁਣ ਤੱਕ ਸਿੱਖ ਇਤਿਹਾਸ ਦੇ ਬਹੁਤ ਪੁਰਾਤਨ ਨਿਸ਼ਾਨ ਬਚ ਜਾਣੇ ਸੀ। ਕਾਰ ਸੇਵਾ ਦੇ ਨਾਂ 'ਤੇ ਅਸੀਂ ਆਪਣੇ ਹੱਥੀਂ ਪੁਰਾਤਨ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਹਨ। ਗੁਰੂ ਪਾਤਸ਼ਾਹ ਨਾਲ ਸੰਬੰਧਿਤ ਦਰਖਤ ਜੜ੍ਹੋਂ ਪੁੱਟ ਦਿੱਤੇ। ਨਵੀਂ ਪੀੜ੍ਹੀ ਨੂੰ ਜਿਹੜੀ ਸੇਧ ਅੱਖੀਂ ਦੇਖ ਕੇ ਮਿਲਣੀ ਸੀ, ਉਸ ਦੇ ਨਿਸ਼ਾਨ ਹੱਥੀਂ ਖਤਮ ਕਰ ਬੈਠੇ। ਅਸੀਂ ਸਿੱਖ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਇਤਿਹਾਸ ਨਾਲ ਜੁੜੇ ਬਚਦੇ ਨਿਸ਼ਾਨ ਸਾਂਭ ਲਵੋ, ਜਿਨ੍ਹਾਂ ਦੇ ਨਵੀਂ ਪੀੜ੍ਹੀ ਨੂੰ ਦਰਸ਼ਨ ਕਰਾ ਉਹਨਾਂ ਨੂੰ ਗੁਰੂ ਪ੍ਰੀਤ ਲਈ ਸਿਦਕ ਤੇ ਸਿਰੜ ਭਰ ਸਕੀਏ। ਨੋਟ: ਪਿੰਡ ਸਹੇੜੀ ਤੋਂ ਮੋਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਦੂਰੀ 3 ਕਿਲੋਮੀਟਰ ਹੈ। ਮੋਰਿੰਡਾ ਇੱਕ ਸ਼ਹਿਰ ਹੈ। ਕਿਤਾਬ ਪੋਹ ਦੀਆਂ ਰਾਤਾਂ, ਲੇਖਕ ਸੁਰਿੰਦਰ ਸਿੰਘ ਖਾਲਸਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।